ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5। ਮੈਂ ਹਰੂਹੀ ਗਰੋਵਰ ਲੈ ਕੇ ਹਾਜ਼ਰ ਹਾਂ ਅਸੀਂ ਦੇਸ਼ ਦੁਨੀਆ ਦੀਆਂ ਪ੍ਰਮੁੱਖ ਅਪਡੇਟਸ। ਖੰਡ ਖਰੀਦਣ ਤੇ ਲੱਗੀ ਲਿਮਿਟ, ਬਲਿੰਕਿਟ, ਜ਼ੈਪਟੋ, ਡੀਮਾਰਟ ਸਣੇ ਕਈ ਰਿਟੇਲਰਾਂ ਨੇ ਲਿਆ ਫੈਸਲਾ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਆਮ ਆਦਮੀ ਦਾ ਬਜਟ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਮਠਿਆਈਆਂ ਦੀ ਖਰੀਦਦਾਰੀ ਤੋਂ ਪਹਿਲਾਂ ਖੰਡ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਪਰ ਖਪਤਕਾਰਾਂ ਨੂੰ ਬਾਜ਼ਾਰਾਂ ਵਿੱਚ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਖੰਡ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ, ਦੂਜੇ ਪਾਸੇ ਆਨਲਾਈਨ ਐਪਸ ਤੇ ਪ੍ਰਚੂਨ ਸਟੋਰਾਂ ਦੋਵਾਂ ਤੇ ਖੰਡ ਖਰੀਦਣ ਦੀ ਸੀਮਾ ਨਿਰਧਾਰਿਤ ਕਰ ਦਿੱਤੀ ਗਈ ਹੈ। ਇੱਕ ਨਿਊਜ਼ ਚੈਨਲ ਦੀ ਰਿਪੋਰਟ ਦੇ ਮੁਤਾਬਿਕ ਜ਼ੈਪਟੋ, ਬਲਿੰਕਿਟ ਤੇ ਸਵਿਗੀ, ਇੰਸਟਾਮਾਰਟ ਨੇ ਕੁਝ ਖੰਡ ਉਤਪਾਦਾਂ ਤੇ ਖਰੀਦਣ ਦੀ ਸੀਮਾ ਤੈਅ ਕਰ ਦਿੱਤੀ ਹੈ, ਜਿਸ ਨਾਲ ਇਹ ਸੀਮਤ ਹੋ ਗਿਆ ਹੈ ਕਿ ਇੱਕ ਗਾਹਕ ਇੱਕ ਆਰਡਰ ਵਿੱਚ ਕਿੰਨੇ ਪੈਕ ਜੋੜ ਸਕਦਾ ਹੈ। ਸਵਿਗੀ, ਇੰਸਟਾਮਾਰਟ ਤੇ ਸੁਪਰੀਮ ਹਾਰਵੈਸਟ ਕ੍ਰਿਸਟਲ ਸ਼ੂਗਰ ਦੀ ਸੂਚੀ ਵਿੱਚ ਪ੍ਰਤੀ ਆਰਡਰ 1 ਕਿਲੋਗ੍ਰਾਮ ਪੈਕ ਦੀ ਸੀਮਾ ਦਿਖਾਈ ਗਈ। ਆਫਲਾਈਨ ਸਟੋਰਾਂ ਤੇ ਵੀ ਖੰਡ ਦੀ ਖਰੀਦ ਤੇ ਸੀਮਾਵਾਂ ਲਗਾਈਆਂ ਗਈਆਂ ਨੇ। ਰਿਪੋਰਟਾਂ ਦੇ ਮੁਤਾਬਿਕ ਡੀਮਾਰਟ ਤੇ ਰਿਲਾਇੰਸ ਵਰਗੀਆਂ ਵੱਡੀਆਂ ਆਫਲਾਈਨ ਪ੍ਰਚੂਨ ਚੇਨਾਂ ਨੇ ਕੁਝ ਸਟੋਰਾਂ ਵਿੱਚ ਪ੍ਰਤੀ ਗਾਹਕ ਖੰਡ ਦੀ ਖਰੀਦ ਨੂੰ ਲਗਭਗ 2-3 ਕਿਲੋਗ੍ਰਾਮ ਤੱਕ ਸੀਮਿਤ ਕੀਤਾ ਹੈ। ਤਿਉਹਾਰਾਂ ਦੌਰਾਨ ਘਰੇਲੂ ਮੰਗ ਦੇ ਨਾਲ-ਨਾਲ ਹਲਵਾਈਆਂ, ਬੇਕਰੀਆਂ ਤੇ ਖੁਰਾਕ ਉਦਯੋਗ ਵਿੱਚ ਖੰਡ ਦੀ ਬਹੁਤ ਜ਼ਿਆਦਾ ਮੰਗ ਕੀਤੀ ਜਾਂਦੀ ਹੈ। ਸਪਲਾਈ ਦੀ ਘਾਟ ਤੇ ਵਾਧੀਆਂ ਕੀਮਤਾਂ ਕਰਕੇ ਸਰਕਾਰ ਨੇ ਆਯਾਤ ਤੇ ਪ੍ਰੋਸੈਸਿੰਗ ਨਿਯਮਾਂ ਦੇ ਵਿੱਚ ਢਿੱਲ ਕਰ ਦਿੱਤੀ ਹੈ। 20 ਅਗਸਤ ਦੀ ਅਸਲ ਨੋਟੀਫਿਕੇਸ਼ਨ ਦੇ ਤਹਿਤ ਸਰਕਾਰ ਨੇ 31 ਅਕਤੂਬਰ 2026 ਤੱਕ ਟੈਰਿਫ ਰੇਟ ਕੋਟਾ ਯਾਨੀ ਕਿ TRQ ਦੇ ਤਹਿਤ 10 ਲੱਖ ਟਨ ਕੱਚੀ ਖੰਡ ਨੂੰ ਡਿਊਟੀ ਮੁਕਤ ਆਯਾਤ ਕਰਨ ਦੀ ਇਜਾਜ਼ਤ ਦਿੱਤੀ ਸੀ। ਦਰਾਮਦਕਾਰਾਂ ਨੂੰ ਕੱਚੀ ਖੰਡ ਨੂੰ ਚਿੱਟੀ ਜਾਂ ਰਿਫਾਈਨਡ ਖੰਡ ਵਿੱਚ ਬਦਲਣ ਤੇ ਇਸ ਨੂੰ 31 ਅਕਤੂਬਰ ਤੱਕ ਭਾਰਤ ਵਿੱਚ ਵੇਚਣ ਦੀ ਲੋੜ ਸੀ। ਸਰਕਾਰ ਨੇ ਹੁਣ ਉਸ ਸ਼ਰਤ ਨੂੰ ਬਦਲ ਦਿੱਤਾ ਹੈ। ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ, ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ। ਭਾਰਤ ਦੇ ਗੁਆਂਢੀ ਮੁਲਕ ਨੇਪਾਲ ਦੇ ਵਿੱਚ ਬੀਤੇ ਦਿਨ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, ਜਦਕਿ ਸੈਂਕੜੇ ਲੋਕ ਲਾਪਤਾ ਦੱਸੇ ਜਾ ਰਹੇ ਨੇ। ਇਸ ਸੰਕਟ ਦੇ ਵੇਲੇ ਭਾਰਤ ਨੇ ਨੇਪਾਲ ਨੂੰ ਤੁਰੰਤ ਰਾਹਤ ਸਮੱਗਰੀ ਤੇ ਰੈਸਕਿਊ ਟੀਮਾਂ ਰਵਾਨਾ ਕਰ ਦਿੱਤੀਆਂ ਨੇ। ਇਸ ਮਦਦ ਲਈ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਕੈਨੇਡਾ ਵਿੱਚ ਲਾਪਤਾ ਭਾਰਤੀ ਮਹਿਲਾ ਦੀ ਲਾਸ਼ ਬਰਾਮਦ। ਕੈਨੇਡਾ ਵਿੱਚ ਪਿਛਲੇ ਸਾਲ 17 ਦਸੰਬਰ ਤੋਂ ਲਾਪਤਾ ਭਾਰਤੀ ਔਰਤ ਸੋਨਮ ਰਮੋਲਾ, ਜਿਸ ਦੀ ਉਮਰ 33 ਸਾਲ ਸੀ, ਉਸ ਦੀ ਦੇਹ ਐਬਸਟਫੋਰਡ ਪੁਲਿਸ ਨੇ ਬਰਾਮਦ ਕਰ ਲਈ ਹੈ। ਬੁੱਧਵਾਰ 26 ਅਗਸਤ ਨੂੰ ਅਧਿਕਾਰੀਆਂ ਨੂੰ ਉਸ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ 8 ਮਹੀਨਿਆਂ ਤੋਂ ਚੱਲ ਰਹੀ ਭਾਲ ਬੰਦ ਕਰ ਦਿੱਤੀ ਗਈ। ਐਬਸਟਫੋਰਡ ਪੁਲਿਸ ਵਿਭਾਗ ਦੇ ਮੀਡੀਆ ਸੰਬੰਧ ਅਧਿਕਾਰੀ ਸਰਜੈਂਟ ਪਾਲ ਵਾਕਰ ਨੇ ਰਿਪੋਰਟ ਦੇ ਵਿੱਚ ਦੱਸਿਆ ਕਿ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਗਿਆ। ਵਾਕਰ ਨੇ ਕਿਹਾ ਕਿ ABPD ਵੱਲੋਂ ਅਸੀਂ ਸੋਨਮ ਦੇ ਪਰਿਵਾਰ, ਦੋਸਤਾਂ ਤੇ ਇਸ ਨੁਕਸਾਨ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਸੋਨਮ ਦੀ ਮੌਤ ਲਈ ਜ਼ਿੰਮੇਵਾਰ ਹਾਲਾਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਸੋਨਮ ਰਮੋਲਾ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਕਾਲੇ ਰੰਗ ਦੀ ਹਿਊਂਡਾਈ ਇਲਾਂਟਰਾ ਕਾਰ ਮਿਸ਼ਨ ਬ੍ਰਿਜ ਦੇ ਹੇਠਾਂ ਖੜੀ ਮਿਲੀ ਸੀ। ਸੈਂਟਰਲ ਫਰੇਜ਼ਰ ਵੈਲੀ ਦੀ ਸਰਚ ਐਂਡ ਰੈਸਕਿਊ ਟੀਮ ਵੱਲੋਂ ਇਲਾਕੇ ਵਿੱਚ ਪੜਤਾਲ ਆਰੰਭੀ ਗਈ ਤੇ ਲੰਮੀ ਜਦੋਜਹਿਦ ਬਾਅਦ ਸੋਨਮ ਰਮੋਲਾ ਦੀ ਮੌਤ ਬਾਰੇ ਤਸਦੀਕ ਕੀਤੀ ਜਾ ਸਕੀ। ਇੱਥੇ ਦੱਸ ਦਈਏ ਕਿ ਸੋਨਮ ਰਮੋਲਾ ਦਸੰਬਰ 2025 ਵਿੱਚ ਲਾਪਤਾ ਹੋਈ ਸੀ। ਭਾਰਤੀ ਜਨਤਾ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਜਾਰੀ ਕਰ ਸਕਦੀ ਹੈ। ਇਹ ਫੈਸਲਾ ਫਰਵਰੀ ਦੇ ਵਿੱਚ ਹੋਣ ਵਾਲੀਆਂ ਸੰਭਾਵਤ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਉਮੀਦਵਾਰਾਂ ਨੂੰ ਚੋਣ ਮੁਹਿੰਮ ਦੀ ਤਿਆਰੀ ਦਾ ਮੌਕਾ ਦੇਣ ਦੇ ਲਈ ਲਿਆ ਜਾ ਰਿਹਾ ਹੈ। ਦੱਸਦੀ BJP ਦੇ ਰਾਸ਼ਟਰੀ ਜਨਰਲ ਸਕੱਤਰ ਸੰਗਠਨ BL ਸੰਤੋਸ਼ ਨੇ ਆਪਣੇ 2 ਰੋਜ਼ਾ ਪੰਜਾਬ ਦੌਰੇ ਦੇ ਅਖੀਰ ਵਿੱਚ ਅੰਮ੍ਰਿਤਸਰ ਵਿਖੇ ਸੂਬਾਈ ਜਨਰਲ ਸਕੱਤਰਾਂ ਨਾਲ ਇੱਕ ਗੁਪਤ ਬੈਠਕ ਕੀਤੀ। ਬੈਠਕ ਦੌਰਾਨ ਉਹਨਾਂ ਨੇ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਸੰਭਾਵਿਤ ਉਮੀਦਵਾਰਾਂ ਦੀ ਪਛਾਣ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਨਾਲ ਉਹਨਾਂ ਨੂੰ ਆਪਣੇ ਹਲਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਨ ਤੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਕਾਫੀ ਸਮਾਂ ਮਿਲ ਜਾਏਗਾ। ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਪ੍ਰਾਈਵੇਟ ਏਜੰਸੀਆਂ ਰਾਹੀਂ ਸੁਤੰਤਰ ਸਰਵੇਖਣ ਵੀ ਕਰਵਾਏ ਜਾ ਰਹੇ ਨੇ। ਸੂਤਰਾਂ ਮੁਤਾਬਿਕ BL ਸੰਤੋਸ਼ ਨੇ ਸੰਕੇਤ ਦਿੱਤਾ ਹੈ ਕਿ ਇਹਨਾਂ ਸਰਵੇਖਣਾਂ ਦੀ ਰਿਪੋਰਟ ਉਮੀਦਵਾਰਾਂ ਦੇ ਪੈਨਲ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਹ ਕਦਮ ਭਾਜਪਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਦੇ ਵਿੱਚ ਰਵਾਇਤੀ ਤੌਰ ਤੇ ਪਾਰਟੀ ਦਾ ਸੰਗਠਨਾਤਮਕ ਆਧਾਰ ਸੀਮਿਤ ਰਿਹਾ ਹੈ। ਸਤੰਬਰ ਤੋਂ ਕਾਰ ਖਰੀਦਣਾ ਹੋਵੇਗਾ ਮਹਿੰਗਾ, ਇਹਨਾਂ ਕੰਪਨੀਆਂ ਨੇ ਕੀਤਾ ਕੀਮਤਾਂ ਵਧਾਉਣ ਦਾ ਐਲਾਨ। ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਆਮ ਆਦਮੀ ਨਾਲ ਜੁੜੇ ਕਈ ਮਹੱਤਵਪੂਰਨ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ। ਇਸ ਦੌਰਾਨ ਕਾਰ ਪ੍ਰੇਮੀਆਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਾਟਾ ਤੇ ਹੁੰਡਾਈ ਦੀਆਂ ਗੱਡੀਆਂ 1 ਸਤੰਬਰ ਤੋਂ ਮਹਿੰਗੀਆਂ ਹੋ ਜਾਣਗੀਆਂ। ਇਹ ਕੀਮਤ ਵਾਧਾ ਸਾਰੇ ਹਿੱਸਿਆਂ ਪੈਟਰੋਲ, ਡੀਜ਼ਲ, ICE ਤੇ ਇਲੈਕਟ੍ਰਿਕ ਵਾਹਨਾਂ ਯਾਨੀ ਕਿ EV ਤੇ ਲਾਗੂ ਹੋਵੇਗਾ।
ਟਾਟਾ ਮੋਟਰਸ ਪੈਸੇਂਜਰ ਵਹੀਕਲਸ TMPV 1 ਸਤੰਬਰ ਤੋਂ ਆਪਣੀ ਪੂਰੀ ਕਾਰ ਤੇ SUV ਪੋਰਟਫੋਲੀਓ ਦੀਆਂ ਕੀਮਤਾਂ ਦੇ ਵਿੱਚ 25,000 ਰੁਪਏ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਜੇਕਰ ਤੁਸੀਂ ਵੀ ਟਾਟਾ ਦੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਖਬਰ ਦਾ ਸਿੱਧਾ ਅਸਰ ਤੁਹਾਡੇ ਬਜਟ ਤੇ ਪੈ ਸਕਦਾ ਹੈ। ਕੰਪਨੀ ਨੇ ਕਿਹਾ ਕਿ ਕੀਮਤਾਂ ਦੇ ਵਿੱਚ ਇਹ ਵਾਧਾ ਉਸ ਦੇ ਸਾਰੇ ਮਾਡਲਸ ਤੇ ਵੇਰੀਐਂਟਸ ਤੇ ਲਾਗੂ ਹੋਏਗਾ, ਪਰ ਇਹ ਵਾਧਾ ਵੱਖ-ਵੱਖ ਮਾਡਲਾਂ ਲਈ ਵੱਖ-ਵੱਖ ਹੋ ਸਕਦਾ ਹੈ। ਕੰਪਨੀ ਨੇ ਇਸ ਦੇ ਪਿੱਛੇ ਲਗਾਤਾਰ ਭੂ ਰਾਜਨੀਤਿਕ ਅਨਿਸ਼ਚਿਤਤਾ ਦੇ ਵਿਚਕਾਰ ਵੱਧ ਰਹੀ ਇਨਪੁਟ ਤੇ ਕਮੋਡਿਟੀ ਲਾਗਤਾਂ ਦਾ ਹਵਾਲਾ ਦਿੱਤਾ ਹੈ। ਕਾਰਾਂ ਦੀਆਂ ਕੀਮਤਾਂ ਦੇ ਵਿੱਚ ਇਹ ਵਾਧਾ ਅੰਦਰੂਨੀ ਕੰਬਸ਼ਨ ਇੰਜਨ ICE ਤੇ ਇਲੈਕਟ੍ਰਿਕ ਵਾਹਨਾਂ EV ਦੋਵਾਂ ਤੇ ਲਾਗੂ ਹੋਏਗਾ। ਇਸੇ ਤਿਮਾਹੀ 'ਚ ਟਾਟਾ ਮੋਟਰਸ ਵੱਲੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਇਹ ਦੂਜਾ ਐਲਾਨ ਹੈ। ਇਸ ਤੋਂ ਪਹਿਲਾਂ ਜੂਨ ਦੇ ਵਿੱਚ TMPV ਨੇ ਐਲਾਨ ਕੀਤਾ ਸੀ ਕਿ ਉਹ 1 ਜੁਲਾਈ 2026 ਤੋਂ ਆਪਣੇ ਯਾਤਰੀ ਵਾਹਨ ਪੋਰਟਫੋਲੀਓ, ਜਿਸ ਵਿੱਚ ICE ਤੇ EV ਦੋਵੇਂ ਸ਼ਾਮਲ ਨੇ, ਉਹਨਾਂ ਦੀਆਂ ਕੀਮਤਾਂ ਵਿੱਚ 1.5% ਤੱਕ ਦਾ ਵਾਧਾ ਕਰੇਗੀ। ਦੂਜੇ ਪਾਸੇ ਹਿਊਂਡਾਈ ਮੋਟਰ ਇੰਡੀਆ ਨੇ 19 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ ਸਤੰਬਰ 2026 ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਿੱਚ 1% ਤੱਕ ਦਾ ਵਾਧਾ ਕਰੇਗੀ। 9 ਘੰਟੇ ਲੰਬੇ ਸਫ਼ਰ ਦੌਰਾਨ ਯਾਤਰੀ ਦੀ ਬਿਜ਼ਨਸ ਕਲਾਸ ਸੀਟ ਨਹੀਂ ਹੋਈ ਰੀਕਲਾਈਨ, ਹੁਣ 에ਅਰ ਇੰਡੀਆ ਭਰੇਗੀ ਹਰਜਾਨਾ। ਖਪਤਕਾਰ ਕਮਿਸ਼ਨ ਨੇ 에ਅਰ ਇੰਡੀਆ ਨੂੰ ਪੈਰਿਸ ਤੋਂ ਦਿੱਲੀ ਦੀ ਫਲਾਈਟ ਦੌਰਾਨ ਬਿਜ਼ਨਸ ਕਲਾਸ ਦੀ ਖਰਾਬ ਸੀਟ ਕਰਕੇ ਸਫ਼ਰ ਦੌਰਾਨ ਹੋਈ ਬੇਆਰਾਮੀ ਦੇ ਮੱਦੇਨਜ਼ਰ ਇੱਕ ਯਾਤਰੀ ਨੂੰ ਮੁਆਵਜ਼ਾ ਦੇਣ ਦੀ ਨਿਰਦੇਸ਼ ਦਿੱਤੇ ਨੇ। ਇਹ ਮਾਮਲਾ ਜੋ ਹੈ 2015 ਦਾ ਹੈ, ਜਦੋਂ ਦਿੱਲੀ ਦੇ ਦੋ ਵਕੀਲ ਅਨਿਰੁੱਧ ਵਾਧਵਾ ਤੇ ਆਨੰਦਨਾ ਹਾਂਡਾ ਨੇ ਦਿੱਲੀ ਤੋਂ ਪੈਰਿਸ ਲਈ 에ਅਰ ਇੰਡੀਆ ਦੀ ਬਿਜ਼ਨਸ ਕਲਾਸ ਦੀ ਟਿਕਟ ਲਗਭਗ 1.08 ਰੁਪਏ ਦੇ ਵਿੱਚ ਖਰੀਦੀ ਸੀ। ਸਫ਼ਰ ਦੌਰਾਨ ਸੀਟ ਦੇ ਰਿਕਲਾਈਨਿੰਗ ਸਿਸਟਮ ਵਿੱਚ ਖਰਾਬੀ ਤੇ ਕੋਈ ਹੋਰ ਖਾਮੀਆਂ ਮਿਲੀਆਂ, ਜਿਸ ਕਰਕੇ ਯਾਤਰੀ ਨੂੰ 9 ਘੰਟੇ ਦੇ ਲੰਬੇ ਸਫ਼ਰ ਦੌਰਾਨ ਪੂਰੇ ਪੈਸੇ ਦਿੱਤੇ ਜਾਣ ਦੇ ਬਾਵਜੂਦ ਕਾਫੀ ਬੇਆਰਾਮੀ ਦਾ ਸਾਹਮਣਾ ਕਰਨਾ ਪਿਆ। ਖਪਤਕਾਰ ਕਮਿਸ਼ਨ ਨੇ ਇਸ ਨੂੰ ਸਰਵਿਸ ਦੇ ਵਿੱਚ ਕਮੀ ਮੰਨਦਿਆਂ ਹੋਇਆ 에ਅਰ ਇੰਡੀਆ ਨੂੰ ਯਾਤਰੀ ਦੀ ਟਿਕਟ ਦੇ ਪੈਸੇ ਵਾਪਸ ਕਰਨ ਤੇ ਮਾਨਸਿਕ ਖੱਜਲ ਖੁਆਰੀ ਲਈ ਬਣਦਾ ਹਰਜਾਨਾ ਭਰਨ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਯਾਤਰੀ ਪ੍ਰੀਮੀਅਮ ਬਿਜ਼ਨਸ ਕਲਾਸ ਦੀ ਮਹਿੰਗੀ ਟਿਕਟ ਖਰੀਦਦਾ ਹੈ ਤਾਂ ਉਸ ਨੂੰ ਵਾਅਦੇ ਮੁਤਾਬਿਕ ਪੂਰੀਆਂ ਸੁਵਿਧਾਵਾਂ ਦੇਣਾ 에ਅਰਲਾਈਨ ਦੀ ਜ਼ਿੰਮੇਵਾਰੀ ਹੈ। ਤਿਉਹਾਰਾਂ ਤੋਂ ਪਹਿਲਾਂ ਕੌੜੀ ਹੋਈ ਮਿਠਾਸ, ਲਗਾਤਾਰ ਦੂਜੇ ਦਿਨ ਮਹਿੰਗੀ ਹੋਈ ਖੰਡ। ਤਿਉਹਾਰੀ ਸੀਜ਼ਨ ਦੀ ਮੰਗ ਵਧਣ ਕਰਕੇ ਦੇਸ਼ ਭਰ ਦੇ ਵਿੱਚ ਜੋ ਖੰਡ ਹੈ ਯਾਨੀ ਕਿ ਚੀਨੀ ਦੀਆਂ ਪ੍ਰਚੂਨ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਦਰਜ ਕੀਤਾ ਗਿਆ। ਬੁੱਧਵਾਰ ਨੂੰ ਦੇਸ਼ ਦੇ ਵਿੱਚ ਖੰਡ ਦੀ ਔਸਤ ਪ੍ਰਚੂਨ ਕੀਮਤ 1 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਦੇ ਵਾਧੇ ਨਾਲ 65.05 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ, ਜੋ ਇਸ ਤੋਂ ਇੱਕ ਦਿਨ ਪਹਿਲਾਂ 63.97 ਰੁਪਏ ਸੀ। ਦੇਸ਼ ਵਿੱਚ ਵੱਧ ਤੋਂ ਵੱਧ ਪ੍ਰਚੂਨ ਕੀਮਤ 76 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦਰਜ ਕੀਤੀ ਗਈ ਹੈ, ਜਦੋਂ ਕਿ ਸਭ ਤੋਂ ਆਮ ਕੀਮਤ 65 ਰੁਪਏ ਰਹੀ। ਸਰਕਾਰੀ ਅੰਕੜਿਆਂ ਮੁਤਾਬਿਕ ਖੰਡ ਦੀ ਮੌਜੂਦਾ ਔਸਤ ਪ੍ਰਚੂਨ ਕੀਮਤ ਇੱਕ ਮਹੀਨੇ ਪਹਿਲਾਂ ਦੀ ਕੀਮਤ 48.68 ਰੁਪਏ ਤੋਂ 34% ਤੇ ਇੱਕ ਸਾਲ ਪਹਿਲਾਂ 46.27 ਰੁਪਏ ਦੇ ਮੁਕਾਬਲੇ 41% ਤੋਂ ਵੱਧ ਮਹਿੰਗੀ ਹੋ ਚੁੱਕੀ ਹੈ। ਪ੍ਰਚੂਨ ਦੇ ਨਾਲ-ਨਾਲ ਥੋਕ ਬਾਜ਼ਾਰ ਦੇ ਵਿੱਚ ਵੀ ਖੰਡ ਦੀ ਕੀਮਤ ਮਾਮੂਲੀ ਵਾਧੇ ਨਾਲ 60.36 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜੋ ਇੱਕ ਮਹੀਨੇ ਪਹਿਲਾਂ 45.34 ਰੁਪਏ ਸੀ। ਵਾਧੀਆਂ ਕੀਮਤਾਂ ਦੇ ਲਗਾਮ ਲਗਾਉਣ ਦੇ ਲਈ ਕੇਂਦਰ ਸਰਕਾਰ ਨੇ ਕਈ ਸਖਤ ਕਦਮ ਚੁੱਕੇ ਨੇ। ਸਰਕਾਰ ਨੇ 31 ਅਕਤੂਬਰ ਤੱਕ 10 ਲੱਖ ਟਨ ਕੱਚੀ ਖੰਡ ਦੇ ਆਯਾਤ ਯਾਨੀ ਇੰਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਜਮਾਖੋਰੀ ਤੇ ਸੱਟੇਬਾਜ਼ੀ ਨੂੰ ਰੋਕਣ ਲਈ ਡੀਲਰਾਂ ਤੇ ਕੋਲਡ ਡਰਿੰਕਸ ਬਣਾਉਣ ਵਾਲੇ ਵੱਡੇ ਉਦਯੋਗਿਕ ਖਪਤਕਾਰਾਂ ਤੇ ਸਟਾਕ ਲਿਮਿਟ ਲਗਾਈ ਗਈ ਹੈ, ਜਦੋਂ ਕਿ ਖੰਡ ਦੇ ਨਿਰਯਾਤ ਯਾਨੀ ਕਿ ਐਕਸਪੋਰਟ ਤੇ ਪਹਿਲਾਂ ਹੀ ਪੂਰੀ ਤਰ੍ਹਾਂ ਰੋਕ ਲਗਾਈ ਜਾ ਚੁੱਕੀ ਹੈ। ਸਰਕਾਰ ਦੇ ਨਾਲ ਫੈਸਲਿਆਂ ਤੋਂ ਬਾਅਦ ਮਿੱਲਾਂ ਤੋਂ ਨਿਕਲਣ ਵਾਲੀ ਖੰਡ ਮਿਲ ਗੇਟ ਪ੍ਰਾਈਸ ਦੀ ਕੀਮਤ 18 ਤੋਂ 20% ਦੀ ਵੱਡੀ ਗਿਰਾਵਟ ਨਾਲ 55 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ, ਜੋ ਪਿਛਲੇ ਹਫ਼ਤੇ ਰਿਕਾਰਡ 67 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। ਖਾਦ ਸਕੱਤਰ ਸੰਜੀਵ ਚੋਪੜਾ ਮੁਤਾਬਿਕ ਪਿਛਲੇ ਹਫ਼ਤੇ ਹੋਇਆ ਵਾਧਾ ਮਾਰਕੀਟ ਦੇ ਬੁਨਿਆਦੀ ਕਾਰਨਾਂ ਕਰਕੇ ਨਹੀਂ ਸੀ, ਕਿਉਂਕਿ ਦੇਸ਼ ਦੇ ਵਿੱਚ ਸਪਲਾਈ ਲਈ ਖੰਡ ਦਾ ਲੋੜੀਂਦਾ ਸਟਾਕ ਜੋ ਸੀ ਮੌਜੂਦ ਹੈ। ਉਹਨਾਂ ਸਪਸ਼ਟ ਕੀਤਾ ਕਿ ਮਿਲ ਗੇਟ ਕੀਮਤਾਂ ਵਿੱਚ ਆਈ ਇਸ ਗਿਰਾਵਟ ਦਾ ਅਸਰ ਅਜੇ ਪ੍ਰਚੂਨ ਬਾਜ਼ਾਰਾਂ ਤੱਕ ਨਹੀਂ ਪਹੁੰਚਿਆ, ਪਰ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਨੂੰ ਵੀ ਸਸਤੀ ਖੰਡ ਮਿਲਣ ਲੱਗੇਗੀ। 10 ਸਾਲਾਂ ਵਿੱਚ 43.5% ਵਧਿਆ ਗੰਨੇ ਦਾ ਉਤਪਾਦਨ। ਇਥਨੋਲ ਨਹੀਂ ਹੈ ਖੰਡ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ। ਭਾਰਤ ਦਾ ਖੰਡ ਉਦਯੋਗ ਖੇਤੀਬਾੜੀ, ਪੇਂਡੂ ਰੁਜ਼ਗਾਰ ਤੇ ਉਦਯੋਗਿਕ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗੰਨਾ ਉਤਪਾਦਕ ਦੇਸ਼ ਹੈ। ਲਗਭਗ 5 ਕਰੋੜ ਕਿਸਾਨ ਗੰਨੇ ਦੀ ਖੇਤੀਬਾੜੀ ਕਰ ਰਹੇ ਨੇ, ਜਦੋਂ ਕਿ ਖੰਡ ਮਿੱਲਾਂ ਤੇ ਸੰਬੰਧਿਤ ਉਦਯੋਗ ਜ਼ਰੀਏ ਲਗਭਗ 5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਤੀਜੇ ਅਗਾਊਂ ਅਨੁਮਾਨ ਦੇ ਮੁਤਾਬਿਕ ਭਾਰਤ ਦਾ ਗੰਨਾ ਉਤਪਾਦਨ 2025-26 ਵਿੱਚ ਲਗਭਗ 500 ਮਿਲੀਅਨ ਟਨ ਯਾਨੀ ਕਿ ਪਹੁੰਚਣ ਦਾ ਅਨੁਮਾਨ ਹੈ। 2015-16 ਵਿੱਚ ਇਹ 348.44 MMT ਸੀ। ਇਹ ਪਿਛਲੇ 10 ਸਾਲਾਂ ਵਿੱਚ ਗੰਨੇ ਦੇ ਉਤਪਾਦਨ ਵਿੱਚ ਲਗਭਗ 43.5% ਦੇ ਵਾਧੇ ਨੂੰ ਦਰਸਾਉਂਦਾ ਹੈ। ਇਸ ਸਮੇਂ ਦੌਰਾਨ ਗੰਨੇ ਦੀ ਕਾਸ਼ਤ ਹੇਠਲਾ ਰਕਬਾ ਵੀ 49.27 ਲੱਖ ਹੈਕਟੇਅਰ ਤੋਂ ਵੱਧ ਕੇ 58.87 ਲੱਖ ਹੈਕਟੇਅਰ ਹੋ ਗਿਆ।
उत्तर प्रदेश ਤੇ ਮਹਾਰਾਸ਼ਟਰ ਦੇਸ਼ ਦੇ ਮੁੱਖ ਗੰਨਾ ਉਤਪਾਦਕ ਸੂਬੇ ਨੇ। ਭਾਰਤ ਨੇ 2025-26 ਵਿੱਚ ਲਗਭਗ 0.8 ਮਿਲੀਅਨ ਮੀਟ੍ਰਿਕ ਟਨ ਖੰਡ ਦਾ ਨਿਰਯਾਤ ਕੀਤਾ, ਜਦੋਂ ਕਿ 2016-17 ਵਿੱਚ ਸਿਰਫ 0.47 ਮਿਲੀਅਨ ਮੀਟ੍ਰਿਕ ਟਨ ਸੀ। ਭਾਰਤੀ ਖੰਡ ਲਈ ਮੁੱਖ ਨਿਰਯਾਤ ਬਾਜ਼ਾਰਾਂ ਵਿੱਚ ਸ਼੍ਰੀਲੰਕਾ, ਪੱਛਮੀ ਏਸ਼ੀਆ ਤੇ ਪੂਰਬੀ ਅਫਰੀਕਾ ਸ਼ਾਮਲ ਨੇ। ਵੀਜ਼ਾ ਅਪਾਇੰਟਮੈਂਟਸ ਨੂੰ ਲੈ ਕੇ ਟਰੰਪ ਨੇ ਕਰਤਾ ਵੱਡਾ ਐਲਾਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿੱਚ ਦੂਜੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਦੇ ਵਿਰੁੱਧ ਵਿੱਢੀ ਗਈ ਸਖਤ ਮੁਹਿੰਮ ਤਹਿਤ ਅਮਰੀਕਾ ਨੇ ਦੁਨੀਆ ਭਰ ਵਿੱਚ ਵੀਜ਼ਾ ਅਪਾਇੰਟਮੈਂਟਸ ਤੇ ਰੋਕ ਲਾ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਸਾਰ ਵਿਭਾਗ ਨੇ ਦੁਨੀਆ ਭਰ ਦੇ ਸਾਰੇ ਅਮਰੀਕੀ ਦੂਤਾਵਾਸਾਂ ਤੇ ਕੌਂਸਲੇਟਾਂ ਦੇ ਵਿੱਚ ਇੱਕ ਗਲੋਬਲ ਸਿਖਲਾਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਡੂੰਘਾਈ ਸਿਖਲਾਈ ਦੇ ਮੱਦੇਨਜ਼ਰ ਹੀ ਵੀਜ਼ਾ ਸੇਵਾਵਾਂ ਦੇ ਲਈ ਅਪਾਇੰਟਮੈਂਟਸ ਦੇ ਵਿੱਚ ਇਹ ਬਦਲਾਅ ਕੀਤੇ ਜਾ ਰਹੇ ਨੇ। ਜਿਨ੍ਹਾਂ ਬਿਨੈਕਾਰਾਂ ਦੀਆਂ ਇੰਟਰਵਿਊਜ਼ ਪਹਿਲਾਂ ਹੀ ਤੈਅ ਨੇ, ਉਹਨਾਂ ਨੂੰ ਈਮੇਲ ਦੇ ਰਾਹੀਂ ਸੂਚਿਤ ਕਰ ਦਿੱਤਾ ਗਿਆ ਕਿ ਉਹਨਾਂ ਦੀਆਂ ਅਪਾਇੰਟਮੈਂਟਸ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਨਵੀਂ ਤਾਰੀਖ ਤੇ ਸਮੇਂ ਬਾਰੇ ਉਹਨਾਂ ਨੂੰ ਬਾਅਦ ਦੇ ਵਿੱਚ ਦੱਸਿਆ ਜਾਏਗਾ। ਹਾਲਾਂਕਿ ਵਿਦੇਸ਼ ਵਿਭਾਗ ਨੇ ਅਜੇ ਤੱਕ ਕੋਈ ਵੀ ਸਮਾਂ ਸੀਮਾ ਨਹੀਂ ਦੱਸੀ ਕਿ ਇਹ ਇੰਟਰਵਿਊ ਕਦੋਂ ਦੁਬਾਰਾ ਸ਼ੁਰੂ ਹੋਣਗੇ ਜਾਂ ਨਵੀਆਂ ਤਰੀਕਾਂ ਕਦੋਂ ਜਾਰੀ ਕੀਤੀਆਂ ਜਾਣਗੀਆਂ। ਇਹ ਸਿਖਲਾਈ ਇਸੇ ਮਹੀਨੇ ਸ਼ੁਰੂ ਕੀਤੀ ਗਈ ਹੈ ਤਾਂ ਜੋ ਅਧਿਕਾਰੀਆਂ ਦੇ ਵੱਲੋਂ ਵੀਜ਼ਾ ਅਰਜ਼ੀਆਂ ਦੇ ਮੁਲਾਂਕਣ ਕਰਨ ਦੇ ਤਰੀਕੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਇੱਕ ਵਧੇਰੇ ਖੁਸ਼ਹਾਲ ਅਮਰੀਕਾ ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਵੀਜ਼ਾ ਬਿਨੇਕਾਰ ਅਮਰੀਕੀ ਕਾਨੂੰਨ ਤੇ ਨਿਯਮਾਂ ਦੇ ਤਹਿਤ ਦੇਸ਼ ਤੇ ਪਬਲਿਕ ਚਾਰਜ ਯਾਨੀ ਕਿ ਜਨਤਕ ਬੋਝ ਨਾ ਬਣਨ। ਇਸ ਦੇ ਨਾਲ ਹੀ ਉਹ ਉਹਨਾਂ ਅਮਰੀਕੀ ਜਨਤਕ ਲਾਭਾਂ ਤੇ ਨਿਰਭਰ ਨਾ ਹੋਣ ਜੋ ਸਿਰਫ ਲੋੜਵੰਦ ਤੇ ਯੋਗ ਅਮਰੀਕੀ ਨਾਗਰਿਕਾਂ ਲਈ ਰਾਖਵੇਂ ਨੇ। ਬੁਲਾਰੇ ਮੁਤਾਬਿਕ ਇਸ ਸਿਖਲਾਈ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਜੋ ਕੌਂਸਲਰ ਨੇ ਅਧਿਕਾਰੀ ਹਰ ਵੀਜ਼ਾ ਬਿਨੈਕਾਰ ਦਾ ਵਿਆਪਕ ਤੇ ਨਿਰੰਤਰ ਰੂਪ ਵਿੱਚ ਮੁਲਾਂਕਣ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਣ। ਇਸ ਅਚਾਨਕ ਲਏ ਫੈਸਲੇ ਨੇ ਪ੍ਰਵਾਸੀ ਵੀਜ਼ਾ ਬਿਨੈਕਾਰਾਂ ਖਾਸ ਕਰਕੇ ਉਹਨਾਂ ਦੇ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਆਪਣੀ ਵੀਜ਼ਾ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ। ਧਮਾਕਾ ਹੋਣ ਮਗਰੋਂ ਕ੍ਰੈਸ਼ ਹੋਇਆ ਜਹਾਜ਼, ਦੋਵੇਂ ਪਾਇਲਟਾਂ ਦੀ ਹੋਈ ਮੌਤ। ਕਾਨਪੁਰ ਦੇ ਵਿੱਚ ਵਾਪਰਿਆ ਹਾਦਸਾ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਵਿੱਚ ਵੀਰਵਾਰ ਦੁਪਹਿਰ ਨੂੰ ਉਡਾਨ ਭਰ ਰਿਹਾ ਇੱਕ ਸਿਖਲਾਈ ਜਹਾਜ਼ ਅਚਾਨਕ ਕ੍ਰੈਸ਼ ਹੋ ਗਿਆ। ਗੰਗਾ ਨਦੀ ਦੇ ਕੰਢੇ ਨੇੜੇ ਹੋਏ ਜ਼ੋਰਦਾਰ ਧਮਾਕੇ ਮਗਰੋਂ ਜਹਾਜ਼ ਕ੍ਰੈਸ਼ ਹੋ ਕੇ ਹੇਠਾਂ ਖੇਤਾਂ ਵਿੱਚ ਡਿੱਗ ਗਿਆ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਸਿਖਲਾਈ ਪਾਇਲਟਾਂ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਦੱਸਦੇ ਕਿ ਜਹਾਜ਼ ਵਿੱਚ ਸਵਾਰ ਦੋਵੇਂ ਸਿਖਲਾਈ ਪਾਇਲਟਸ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਜਹਾਜ਼ ਹਾਦਸੇ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਘਬਰਾ ਗਏ, ਜਿਸ ਨਾਲ ਹਫੜਾ ਦਫੜੀ ਮਚ ਗਈ। ਚਸ਼ਮਦੀਦਾ ਦੇ ਮੁਤਾਬਿਕ ਇਹ ਦੋਹਰੇ ਇੰਜਨ ਵਾਲਾ ਸਿਖਲਾਈ ਜਹਾਜ਼ ਅਚਾਨਕ ਤੇਜ਼ ਆਵਾਜ਼ ਨਾਲ ਖੇਤਾਂ ਵਿੱਚ ਡਿੱਗ ਗਿਆ ਤੇ ਉਸ ਤੋਂ ਬਾਅਦ ਚੀਕ ਚਿਹਾੜਾ ਮਚ ਗਿਆ। ਦੀਆਂ ਪ੍ਰਮੁੱਖ ਅਪਡੇਟਸ, ਅਦਾਂ ਦੀ ਨਵੀਆਂ ਤੇ ਤਾਜ਼ਾ ਅਪਡੇਟਸ ਲਈ ਵੇਖਦੇ ਰਹੋ ਫਤਿਹ ਮੀਡੀਆ 5।